महफिल शायरां दी, जिथे कलम नाल शायरी नहीं जज्बात लिखे जांदे ने, ख्याल ते रूह जिथे शब्दां नाल रच मिच जांदे ने। पंजाब पवन प्रेजेंट्स महफिल शायरां दी। इस बार महफिल सजाउणगे जरनैल सिंह सेखां, चमकौर सिंह सेखो, बिंदु मठारू, प्रितपाल गिल ते संचालक कविंदर चांद। तुसी भी हिस्सा बनो इस महफिल दा। ओनली ऑन सांझा टीवी। ਦੋਸਤੋ ਅੱਜ ਇੱਕ ਵਾਰੀ ਫੇਰ ਸਾਡਾ ਲੜੀਵਾਰ ਪ੍ਰੋਗਰਾਮ ਮਹਿਫਿਲ ਸ਼ਾਇਰਾਂ ਦੀ ਦਾ ਅਗਲਾ ਹਿੱਸਾ, ਅਗਲੀ ਲੜੀ, ਅਗਲਾ ਪ੍ਰੋਗਰਾਮ। ਉਹੀ ਜਗ੍ਹਾ ਪੰਜਾਬ ਭਵਨ, ਪਰ ਇਸ ਵਾਰੀ ਫੇਰ ਨਵੇਂ ਚਿਹਰੇ, ਨਵੇਂ ਸ਼ਾਇਰ, ਨਵੀਆਂ ਕਵਿਤਾਵਾਂ। ਤੁਹਾਨੂੰ ਯਾਦ ਹੋਵੇਗਾ ਪਿਛਲੇ ਹਿੱਸੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਕਵੀਆਂ ਨੂੰ ਬੁਲਾਉਣ ਤੋਂ ਪਹਿਲਾਂ ਇੱਕ ਇੱਕ ਸ਼ੇਰ, ਜਿਸ ਦਾ ਵਿਸ਼ਾ ਸੀ ਜ਼ਿੰਦਗੀ, ਆਸ਼ਾਵਾਦ, ਚੜ੍ਹਦੀ ਕਲਾ। ਇਸ ਵਾਰੀ ਵਿਸ਼ਾ ਬਦਲ ਕੇ ਮੈਂ ਆਪਣੀ ਹਾਜ਼ਰੀ ਲਵਾਉਂਦਾ ਰਹੂੰਗਾ। ਵਿਸ਼ਾ ਹੋਏਗਾ ਔਰਤ ਦੀ ਦਸ਼ਾ, ਧੀਆਂ ਧਿਆਣੀਆਂ ਬਾਰੇ ਗੱਲ ਕਰਾਂਗੇ ਆਪਾਂ ਆਪਣੇ ਸ਼ੇਰਾਂ ਦੇ ਵਿੱਚ। ਅਤੇ ਇਸ ਪ੍ਰੋਗਰਾਮ ਵਿੱਚ ਜਿਹੜੇ ਸ਼ਮੂਲੀਅਤ ਕਰ ਰਹੇ ਨੇ ਸ਼ਾਇਰ, ਮੈਂ ਉਹਨਾਂ ਨਾਲ ਤੁਹਾਡੀ ਤਾਰੁਫ ਜਾਣ ਪਛਾਣ ਕਰਾਉਣਾ। ਸਭ ਤੋਂ ਪਹਿਲਾਂ ਸੱਜੇ ਹੱਥ ਬੈਠੇ ਨੇ ਬੜੇ ਸਤਿਕਾਰਯੋਗ ਸਾਡੇ ਨਾਵਲਕਾਰ ਜਰਨੈਲ ਸਿੰਘ ਸੇਖਾਂ। ਇਹਨਾਂ ਦੇ ਨਾਵਲ ਬਾਰੇ, ਇਹਨਾਂ ਦੀ ਨਾਵਲ ਦੀਆਂ ਲਿਖਤਾਂ ਬਾਰੇ ਵਿਸ਼ਵ ਭਰ ਵਿੱਚ ਮਸ਼ਹੂਰ ਨੇ ਆਹ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਤੁਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਹਰੇਕ ਨਾਵਲਕਾਰ, ਹਰੇਕ ਲੇਖਕ ਦੇ ਅੰਦਰ ਕਵੀ ਜ਼ਰੂਰ ਕਿਤੇ ਨਾ ਕਿਤੇ ਬੈਠਾ ਹੁੰਦਾ। ਜਦੋਂ ਇਸ ਧਾਰਨਾ ਨੂੰ ਲੈ ਕੇ ਸੇਖਾ ਸਾਹਿਬ ਨੂੰ ਪੁੱਛਿਆ ਕਦੀ ਕਵਿਤਾ ਲਿਖੀ, ਤਾਂ ਕਹਿੰਦੇ ਬੁਨਿਆਦੀ ਤੌਰ 'ਤੇ ਮੈਂ ਕਵਿਤਾ ਤੋਂ ਹੀ ਸ਼ੁਰੂ ਕੀਤਾ ਸੀਗਾ। ਉਹਨਾਂ ਦੇ ਨਾਲ ਬੈਠੇ ਨੇ ਚਮਕੌਰ ਸਿੰਘ ਸੇਖੋਂ। ਕਵਿਤਾ ਦੇ ਰੰਗ ਨੂੰ ਥੋੜ੍ਹਾ ਜਿਹਾ ਅਸੀਂ ਇਸ ਵਾਰੀ ਪ੍ਰੋਗਰਾਮ ਦੇ ਰੰਗ ਨੂੰ ਤੁਹਾਡੇ ਟੇਸਟ ਵਾਸਤੇ ਬਦਲ ਰਹੇ ਹਾਂ। ਤੁਸੀਂ ਸਾਰੇ ਜਾਣਦੇ ਹੋਵੋਗੇ ਬਾਪੂ ਕਰਨੈਲ ਸਿੰਘ ਪਾਰਸ ਇੱਕ ਵੱਡਾ ਨਾਮ ਸਾਡੇ ਢਾਡੀ ਹੋਏ ਨੇ, ਕਵੀਸ਼ਰ ਹੋਏ ਨੇ। ਉਹਨਾਂ ਦੇ ਨਾਲ ਲੰਬੇ ਸਮੇਂ ਤੱਕ ਉਹਨਾਂ ਦੇ ਸਾਥੀ ਰਹੇ ਨੇ ਚਮਕੌਰ ਸਿੰਘ ਸੇਖੋਂ। ਅੱਜ ਉਹਨਾਂ ਤੋਂ ਅਸੀਂ ਉਹਨਾਂ ਦੀ ਕਵੀਸ਼ਰੀ ਜਾਂ ਜੋ ਵੀ ਕਵਿਤਾ ਉਹ ਗਾ ਕੇ ਸੁਣਾਉਣ, ਗਾਇਕੀ ਦਾ ਰੰਗ ਭਰਨ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ। ਬਿੰਦੂ ਮਠਾਰੂ। ਬਿੰਦੂ ਮਠਾਰੂ 2 ਕਿਤਾਬਾਂ ਹੁਣ ਤੱਕ ਲਿਖ ਚੁੱਕੇ ਨੇ। ਇੱਕ ਵਾਰਤਕ ਦੀ, ਸ਼ੁਰੂ 'ਚ ਉਸ ਦੇ ਨਾਲ ਕਵਿਤਾ ਲਿਖਦੇ ਹੁੰਦੇ ਸੀ, ਹੌਲੀ ਹੌਲੀ ਕਵਿਤਾ ਤੋਂ ਗਜ਼ਲ ਵੱਲ ਆਏ, ਅਤੇ ਗਜ਼ਲ ਦੀ ਪਿੱਛੇ ਜਾ ਇਹਨਾਂ ਦੀ ਇੱਕ ਕਿਤਾਬ ਆਈ, ਬਹੁਤ ਚਰਚਾ 'ਚ ਆਈ। ਅੱਜ ਉਹਨਾਂ ਤੋਂ ਗਜ਼ਲਾਂ ਸੁਣਾਂਗੇ। ਗਜ਼ਲ ਦਾ ਰੰਗ ਤੁਸੀਂ ਵੀ ਦੇਖੋਗੇ, ਮੈਂ ਪੜ੍ਹਿਆ ਸੁਣਿਆ, ਉਹਨਾਂ ਨੂੰ ਜਾਣਦਾ। ਅਧਿਆਤਮ ਦਾ ਰੰਗ, ਰੂਹਾਨੀ ਰੰਗ। ਪ੍ਰਿਤਪਾਲ ਗਿੱਲ। ਬਾਕੀ ਪਛਾਣ ਦੇਣ ਤੋਂ ਪਹਿਲਾਂ ਮੈਂ ਇਹਨਾਂ ਬਾਰੇ ਦੱਸਾਂ ਕਿ ਬੜੇ ਸੂਖਮ ਭਾਵੀ ਕਵੀ ਨੇ। 5 ਕਿਤਾਬਾਂ, ਜਿਨ੍ਹਾਂ ਵਿੱਚੋਂ 2 ਪ੍ਰੋਜ਼ ਦੀਆਂ ਅਤੇ 3 ਕਵਿਤਾ ਦੀਆਂ। ਸਾਡੇ ਇੱਥੇ ਇਸ ਏਰੀਏ 'ਚ ਵੈਨਕੂਵਰ ਕੈਨੇਡਾ 'ਚ ਇੱਕ ਬੜੀ ਮਸ਼ਹੂਰ ਸਭਾ ਹੈ, ਕੇਂਦਰੀ ਲਿਖਾਰੀ ਸਭਾ ਨਾਰਥ ਅਮਰੀਕਾ। ਉਸ ਦੇ ਰੂਹੇ ਰਵਾਂ ਨੇ, ਸਭ ਕੁਛ ਨੇ। ਆਪਾਂ ਉਹਨਾਂ ਨੂੰ ਵੀ ਅੱਜ ਸੁਣਾਂਗੇ। ਅਤੇ ਸਭ ਤੋਂ ਪਹਿਲੇ ਕਵੀ ਸਾਡੇ ਜਰਨੈਲ ਸਿੰਘ ਸੇਖਾਂ ਹੋਣਾ ਨੂੰ ਬੁਲਾਉਣ ਤੋਂ ਪਹਿਲਾਂ ਇੱਕ ਸ਼ੇਰ ਧੀਆਂ ਬਾਰੇ, ਨਾਰੀ ਬਾਰੇ, ਕਿ ਪੁੱਤਰਾਂ ਦੀਆਂ ਅਸੀਸਾਂ ਦੇਵੋ ਜੀ ਸਦਕੇ, ਪੁੱਤਰਾਂ ਦੀਆਂ ਅਸੀਸਾਂ ਦੇਵੋ ਜੀ ਸਦਕੇ, ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ। ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ, ਅਤੇ ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ, ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ, ਅਕਸਰ ਹੀ ਕੁਛ ਚੋਗ ਖਿਲਾਰੇ ਹੁੰਦੇ ਨੇ। ਤੋ ਮਹਿਫਿਲ ਸ਼ਾਇਰਾਂ ਦੀ ਦੇ ਪਹਿਲੇ ਸ਼ਾਇਰ ਸਤਿਕਾਰ ਸਹਿਤ ਸਰਦਾਰ ਜਰਨੈਲ ਸਿੰਘ ਸੇਖਾਂ। ਮੇਰੀ ਕਵਿਤਾ ਦਾ ਸਿਰਲੇਖ ਹੈ ਮੋਹ ਜਾਲ ਮਾਇਆ ਜਾਲ। ਵਾਹ ਜੀ ਵਾਹ, ਸਵਾਗਤ ਹੈ। ਉਹ ਪਿੰਡ ਜੋ ਮੇਰਾ ਹੀ ਸੀ, ਜਿਸ ਮੈਨੂੰ ਸੀ ਗੋਦੀ 'ਚ ਆਇਆ, ਲਾਡ ਲਗਾਇਆ, ਮੈਨੂੰ ਆਪਣਾ ਉਸ ਬਣਾਇਆ, ਪਰ ਬਣ ਸਕਿਆ ਉਸ ਦਾ। ਭਾਵੇਂ ਸਾਂ ਮੈਂ ਉਸ ਪਿੰਡ ਦਾ ਜਾਇਆ, ਉੱਥੇ ਮੇਰਾ ਦੁੱਖ ਸਭ ਦਾ ਦੁੱਖ ਸੀ। ਸੰਗੀ ਸਾਥੀ ਦਰਦ ਦੇ ਸਾਂਝੀ ਸੋਭੇ ਹੋਏ ਸਨ ਮੇਰੇ ਆਪਣੇ। ਉਸ ਪਿੰਡ ਦੀਆਂ ਪੌਣਾਂ ਦੇ ਵਿੱਚ ਪਿਤਾ ਮੇਰੇ ਦੀ ਰਾਖ ਸਮਾਈ, ਉਹ ਰਾਖ ਸਾਹਾਂ ਵਿੱਚ ਸੁਗੰਧੀਆਂ ਭਰਦੀ। ਵਾਹ, ਕੀ ਬਾਤ। ਵਿੱਚ ਉਜਾੜਾਂ ਹਾਲੀਆਂ ਪਾਲੀਆਂ ਦੇ ਸੰਗ ਤੁਰਦਾ,
ਆਪਣਾ ਆਪਾ ਭੁੱਲ ਜਾਂਦਾ ਸਾਂ। ਗੀਤਾਂ ਵਰਗੇ ਮੁੰਡੇ ਕੁੜੀਆਂ ਗੀਤ ਸੁਣਾ ਸੰਸਾਰ ਸੀ ਕਰਦੇ। ਮੋਹ ਦਾ ਜਾਲ ਜਿਹਾ ਇੱਕ ਬੁਣ ਕੇ ਫਾਹ ਲੈਂਦੇ ਸਨ। ਨਿਰਛਲ ਹਾਸੇ ਭੋਲੀਆਂ ਗੱਲਾਂ ਵਿੱਚ ਗਰਸਿਆ, ਭੋਲੀਆਂ ਗੱਲਾਂ ਵਿੱਚ ਗਰਸਿਆ, ਮੋਹ ਦਾ ਜਾਲ ਨੂੰ ਤੋੜ ਨਾ ਸਕਿਆ। ਵਾਹ 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 ਵਾਹ। ਦੂਰ ਦਰੇਡੇ ਮਾਇਆ ਨਗਰੀ। ਹੁਣ ਉਸ ਦਾ ਅਗਲਾ ਉਹ ਜਾਲ ਤੇ ਫਿਰ ਕਹਾ, ਦੂਰ ਦਰੇਡੇ ਮਾਇਆ ਨਗਰੀ ਝਿਲਮਿਲ ਕਰਦੀ, ਦਿਲ ਭਰਮਾਉਂਦੀ, ਵਾਜਾਂ ਮਾਰੇ ਕਰੇ ਇਸ਼ਾਰੇ, ਜਾਲੋਂ ਨਿਕਲਣ ਲਈ ਉਕਸਾਉਂਦੀ। ਮਾਇਆ ਜਾਲ ਦਾ ਤੱਕ ਨਜ਼ਾਰਾ ਮਨ ਭਰਮਾਇਆ, ਮਨ ਘਲਿਆਇਆ ਤੇ ਲਲਚਾਇਆ। ਮੋਹ ਜਾਲ ਦੀਆਂ ਤੋੜ ਕੇ ਤੰਦਾਂ, ਮਾਇਆ ਜਾਲ ਦਾ ਫੜ ਕੇ ਪੱਲਾ, ਮਾਇਆ ਨਗਰੀ ਵੱਲ ਸਿਧਾਇਆ। ਇਹ ਨਗਰੀ ਜੋ ਮੇਰੀ ਨਹੀਂ, ਇਹ ਨਗਰੀ ਜੋ ਤੇਰੀ ਨਹੀਂ, ਇਹ ਜੋ ਨਗਰੀ ਜੋ ਕਿਸੇ ਦੀ ਨਹੀਂ। ਇਸ ਨਗਰੀ ਦੇ ਵਿੱਚ ਹਿੰਸੇ ਬੋਲਣ, ਇਸ ਨਗਰੀ ਵਿੱਚ ਹਿੰਸੇ ਬੋਲਣ। ਕੀ ਬਾਤ ਹੈ ਜੀ। ਹਿੰਸੇ, ਇਹ ਹਿੰਸੇ ਇੱਕ ਜਾਲ ਜਿਹਾ ਬੁਣ ਕੇ ਬੰਦੇ ਨੂੰ ਵਿੱਚ ਫਾਹ ਲੈਂਦੇ ਨੇ। ਮੈਂ ਕਿ ਜਿਸ ਨੇ ਮੋਹ ਜਾਲ ਨੂੰ ਤੋੜ ਲਿਆ ਸੀ, ਹਿੰਸਿਆਂ ਦੀ ਪਰਿਕਰਮਾ ਕਰਦਾ। ਮੈਂ ਕਿ ਜਿਸ ਨੇ ਮੋਹ ਜਾਲ ਨੂੰ ਤੋੜ ਲਿਆ ਸੀ, ਹਿੰਸਿਆਂ ਦੀ ਪਰਿਕਰਮਾ ਕਰਦਾ, ਮਾਇਆ ਜਾਲ 'ਚ ਆ ਫਸਿਆ ਹਾਂ। ਨਿਕਲਣ ਦੀ ਹੁਣ ਜਾਚ ਨਾ ਕੋਈ, ਮੁੜ ਮੁੜ ਪਿੰਡ ਨੂੰ ਆਵਾਜ਼ਾਂ ਮਾਰਾਂ, ਹਾਲੀ ਪਾਲੀ ਸੰਗੀ ਸਾਥੀ ਕੋਈ ਨਾ ਦਿਸੇ। ਜੋ ਮੋਹ ਦਾ ਪੱਲਾ ਹੱਥ ਫੜਾ ਕੇ ਮਾਇਆ ਜਾਲ 'ਚੋਂ ਕੱਢ ਲਿਆਵੇ, ਆਪੇ ਪੱਥ ਲਈਏ ਤੈਨੂੰ ਕੌਣ ਛਡਾਵੇ। ਮੈਂ ਜੋ ਮੋਹ ਜਾਲ ਨੂੰ ਤੋੜ ਸੀ ਆਇਆ, ਆਪਾ ਆਪਣਾ ਉੱਥੇ ਛੋੜ ਸੀ ਆਇਆ। ਹੁਣ ਤਾਂ ਆਪਣੀ ਲਾਸ਼ ਤੇ ਬੈਠਾ ਸੋਗ ਮਨਾਵਾਂ, ਹੁਣ ਤਾਂ ਆਪਣੀ ਲਾਸ਼ ਤੇ ਬੈਠਾ ਸੋਗ ਮਨਾਵਾਂ। ਮਾਇਆ ਜਾਲ ਨੂੰ ਗਲੋਂ ਨਾ ਲਾਵਾਂ, ਲਾਸ਼ ਤੇ ਬੈਠਾ ਸੋਗ ਮਨਾਵਾਂ। ਅਗਲੀ ਮੇਰੀ ਕਵਿਤਾ ਹੈ ਕਿਸਮਤ। ਲੀਹ ਦੇ ਵਿਚਕਾਰ ਖੜਾ ਮੈਂ, ਇੱਕ ਨੁਕਤੇ ਤੇ ਸਿਮਟਿਆ, ਗਮਗੀਨ ਤੇ ਉਦਾਸ ਕੋਸ਼ਾਂ ਕਿਸਮਤ ਨੂੰ, ਵਾਜਾਂ ਹੱਥਾਂ ਦੀਆਂ ਰੇਖਾਵਾਂ ਤੇ ਕਰਾਂ ਉਡੀਕ ਕਿਸੇ ਔਲੀਏ ਦੀ, ਜੋ ਮਾਰੇ ਮੇਰੀ ਕਿਸਮ ਦੇ ਰੇਖ ਵਿੱਚ ਮੇਖ। ਸਧਾਰਨ ਦਿੱਖ ਅੱਖਾਂ ਵਿੱਚ ਅਨੋਖੀ ਚਮਕ ਲੈ ਆਇਆ ਇੱਕ ਇਨਸਾਨ, ਜਾਪੇ ਕੋਈ ਔਲੀਆ। ਮੇਰੇ ਕੋਲ ਆ ਉਸ ਕਿਹਾ, ਨਾ ਬਾਤ ਹਸਤ ਰੇਖਾਵਾਂ, ਹੱਥਾਂ ਦੀ ਸਿਰਜਣਾ ਨੂੰ ਜਾਣ। ਨਾ ਬਾਤ ਹਸਤ ਰੇਖਾਵਾਂ, ਹੱਥਾਂ ਦੀ ਸਿਰਜਣਾ ਨੂੰ ਜਾਣ। ਪਰਖ ਸ਼ਕਤੀ ਪੈਰਾਂ ਦੀ, ਆਹ ਪਾੜ ਲਈ ਤੁਰ ਮੇਰੇ ਨਾਲ, ਟੋਲੀਏ ਨਵੇਂ ਰਾਹ ਦੇ ਸੱਦਿਆਂ ਨੂੰ ਚੀਰ, ਤਾਰਿਆਂ ਸਤਾਰਿਆਂ ਗ੍ਰਹਿਆਂ ਨੂੰ ਪਲਾਂਘ, ਟੂਟੀਏ ਸਤਰੰਗੀ ਪੀਂਘ ਨੂੰ, ਪਰ ਲੈ ਆਈਏ ਚੋੜ ਸਭ ਰੰਗਾਂ ਦੀ। ਗ੍ਰਹਿਆਂ ਦੀ ਗੱਲ ਸੁਣ, ਸੰਸਕਾਰਾਂ ਪਾਸਾ ਪਲਟਿਆ। ਗ੍ਰਹਿਆਂ ਦੀ ਗੱਲ ਸੁਣ, ਸੰਸਕਾਰਾਂ ਪਾਸਾ ਪਲਟਿਆ। ਆਇਆ ਖਿਆਲ ਗ੍ਰਹਿਆਂ ਦਾ, ਮੈਂ ਉਸ ਨੂੰ ਰੋਕਿਆ ਟੋਕਿਆ ਤੇ ਕਿਹਾ, ਠਹਿਰ ਪਹਿਲਾਂ ਗ੍ਰਹਿਆਂ ਦੀ ਚਾਲ ਨੂੰ ਸਮਝੀਏ ਤੇ ਜਾਣੀਏ, ਕਿਤੇ ਇਹ ਕਿਸਮਤ ਤੇ ਨਾ ਹੋ ਜਾਣ ਭਾਰੂ। ਮੈਂ ਗ੍ਰਹਿਆਂ ਦੀ ਚਾਲ ਸੰਗ ਕਿਸਮਤ ਨੂੰ ਮਿਲਾਉਂਦਾ ਰਿਹਾ। ਉਹ ਮੇਰੇ ਹੱਥਾਂ ਵੱਲ ਤੱਕਿਆ, ਅੱਖਾਂ 'ਚ ਅੱਖਾਂ ਪਾ ਦੇਖਿਆ ਤੇ ਉਂਗਲੀ ਛਡਾ ਤੁਰ ਗਿਆ ਆਪਣੀ ਮੰਜ਼ਿਲ ਵੱਲ। ਜਦੋਂ ਰੰਗਾਂ ਵਿੱਚ ਨਹਾਤਾ, ਕਿਸਮਤ ਨੂੰ ਮੁੱਠੀ ਵਿੱਚ ਨੱਪ ਵਾਪਸ ਪਰਤਿਆ, ਤਾਂ ਮੈਂ ਲੀਹ ਵਿਚਕਾਰ ਖੜਾ ਇੱਕੋ ਨੁਕਤੇ ਤੇ ਸਿਮਟਿਆ, ਕਿਸਮਤ ਨੂੰ ਕੋਸ ਰਿਹਾ ਸਾਂ, ਕਿਸਮਤ ਨੂੰ ਕੋਸ ਰਿਹਾ ਸਾਂ। ਸੇਖਾ ਸਾਹਿਬ, ਮੈਂ ਤੁਹਾਡੀ ਕਵਿਤਾ ਖਾਸ ਕਰ ਜਦੋਂ ਪਹਿਲੀ ਸੁਣ ਰਿਹਾ ਸੀ, ਇੱਕ ਵਿਕਸਿਤ ਦੇਸ਼ ਦੇ ਵਿੱਚ ਬੈਠੇ ਹੋਏ ਪੂੰਜੀਵਾਦ ਦੇ ਵੱਡੇ ਦੌਰ ਦੇ ਵਿੱਚੋਂ ਲੰਘਦਿਆਂ ਹੋਇਆਂ ਤੁਹਾਡਾ ਪਿੰਡ ਅਜੇ ਵੀ ਕਿਤੇ ਨਾ ਕਿਤੇ ਅੰਦਰ ਬੈਠਾ ਤੁਹਾਡੇ ਅੰਦਰ ਜਾਗਰਤ ਹੈ, ਆਵਾਜ਼ਾਂ ਮਾਰਦਾ। ਅਤੇ ਦੂਸਰੀ ਗੱਲ ਕਿ ਮੇਰਾ ਖਿਆਲ ਇੱਕ ਨਾਵਲਿਸਟ ਦੇ ਕੋਲੋਂ ਇੱਦਾਂ ਦੀਆਂ ਕਵਿਤਾਵਾਂ ਸੁਣ ਕੇ ਮੈਂ ਸਾਰੇ ਦਰਸ਼ਕਾਂ ਵੱਲੋਂ, ਸਾਰੇ ਕਵੀ ਸਮਾਜ ਵੱਲੋਂ ਬੇਨਤੀ ਕਰਦਾ ਕਿ ਕਿਤਾਬ ਸਾਨੂੰ ਹੁਣ ਕਵਿਤਾ ਦੀ ਵੀ ਲਿਖ ਦਿਓ। ਅਤੇ ਚਮਕੌਰ ਸਿੰਘ ਸੇਖੋਂ ਹੋਰਾਂ ਨੂੰ ਆਵਾਜ਼ ਦੇਣ ਤੋਂ ਪਹਿਲਾਂ ਇੱਕ ਸ਼ੇਰ।
ਕਿ ਹੈ ਫਿਜ਼ਾ ਬੇਆਬਰੂ ਇੱਥੇ ਨਜ਼ਰ ਨਾਪਾਕ ਹੈ ਫਿਜ਼ਾ ਬੇਆਬਰੂ ਇੱਥੇ ਨਜ਼ਰ ਨਾਪਾਕ ਹੈ ਕੰਜਕੋ ਮਰ ਜਾਣੀਓ ਮੁਟਿਆਰ ਨਾ ਬਣਨਾ ਕਦੇ ਕੰਜਕੋ ਮਰ ਜਾਣੀਓ ਮੁਟਿਆਰ ਨਾ ਬਣਨਾ ਕਦੇ। ਤੇ ਸ਼ਾਇਰੀ ਦਾ ਇੱਕ ਵਿਸ਼ੇਸ਼ ਔਰ ਨਵਾਂ ਰੰਗ ਲੈ ਕੇ ਮੇਰੇ ਵੱਡੇ ਵੀਰ ਚਮਕੌਰ ਸਿੰਘ ਸੇਖੋਂ, ਆਓ ਜੀ। ਧੰਨਵਾਦ ਕਵਿੰਦਰ ਜੀ। ਮੇਰੀ ਕਵਿਤਾ ਸੱਜਣੋ ਇਸ ਤਰ੍ਹਾਂ ਵੀ ਜ਼ਿੰਦਗੀ ਵਿੱਚ ਹਰ ਮਨੁੱਖ ਨੂੰ ਮੁਸੀਬਤਾਂ, ਔਕੜਾਂ, ਦਿੱਕਤਾਂ, ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਤੇ ਉਹਨਾਂ ਦਾ ਜਿਹੜੇ ਮਸਲੇ ਹੱਲ ਕਰਨੇ ਉਹ ਵੀ ਤੁਹਾਨੂੰ ਆਪ ਨੂੰ ਪੈਂਦੇ ਆ। ਤੇ ਵੀ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਲੱਥੀ ਹੋਈ ਗੱਡੀ ਲੀਹ ਤੋਂ ਆਪੇ ਚੜਾਉਣੀ ਪਊ। ਵਾਹ ਜੀ ਹੋ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਲੱਥੀ ਹੋਈ ਗੱਡੀ ਲੀ ਤੋਂ ਆਪੇ ਚੜਾਉਣੀ ਪਊ। ਜ਼ਿੰਦਗੀ ਦੀ ਉਲਝੀ ਤਾਣੀ ਉਹ ਦੁੱਖ ਸੁੱਖ ਨੇ ਦੋਨੋਂ ਪਾਈ, ਆਉਂਦੇ ਹੈ ਬੰਦਿਆਂ ਤੇ ਪੈਂਦਾ ਹੈ ਭਾਰ ਹਮੇਸ਼ਾ ਮਰਦਾਂ ਦੇ ਕੰਧਿਆਂ ਤੇ। ਕਿਸ਼ਤੀ ਵਿੱਚ ਘਿਰੀ ਤੂਫਾਨਾਂ, ਕਿਸ਼ਤੀ ਵਿੱਚ ਘਿਰੀ ਤੂਫਾਨਾਂ ਪਤਣਾ ਤੇ ਲਾਉਣੀ ਪਊ। ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਪਾਇਆ ਮੁਸੀਬਤਾਂ ਨੇ ਪਾਸਿਆਂ ਤੋਂ ਘੇਰੇ ਨੂੰ, ਮੱਥਾ ਲਾ ਨਾਲ ਪਹਾੜਾਂ ਤਗੜਾ ਕਰ ਜੇਰੇ ਨੂੰ। ਪਾਈ ਜੰਜ਼ੀਰ ਗੁਲਾਮੀ ਗਲ ਚੋਂ ਹਟਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਬਾਣੀ ਵਿੱਚ ਲਿਖਿਆ ਨਾਨਕ ਦੁਖੀਆ ਸੰਸਾਰ ਏ, ਬਈ ਬਾਣੀ ਵਿੱਚ ਲਿਖਿਆ ਨਾਨਕ ਦੁਖੀਆ ਸੰਸਾਰ ਹੈ। ਚੱਕੀ ਪੰਡ ਫਿਕਰਾਂ ਦੀ ਤੂੰ ਵਾਧੂ ਦਾ ਪਾਰ ਹੈ, ਉਹ ਚੱਕੀ ਪੰਡ ਫਿਕਰਾਂ ਦੀ ਤੂੰ ਵਾਧੂ ਦਾ ਪਾਰ ਹੈ। ਦੇਹੀਏ ਅਗਨ ਪਰੀਖਿਆ, ਦੇਹੀਏ ਅਗਨ ਪਰੀਖਿਆ ਵਿੱਚ ਦੀ ਲੰਘਾਉਣੀ ਪਊ। ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਕੁਦਰਤ ਦੇ ਨਿਯਮਾਂ ਵਾਲੀ ਕਰਦਾ ਉਹ ਲੰਘਣਾ ਤੂੰ, ਕਰਕੇ ਖਿਲਵਾੜ ਉਸੇ ਦਾ ਉਸੇ ਤੋਂ ਮੰਗਣਾ ਤੂੰ। ਵਿਗੜੀ ਵੀ ਆਦਤ ਤੇਰੀ ਤੈਨੂੰ ਹਟਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਛੱਡ ਕੇ ਤੂੰ ਫੈਸ਼ਨ ਕਰਨੇ ਵਿਰਸਾ ਸੰਭਾਲ ਲੈ, ਵਾਧੂ ਦਿਖਾਵੇ ਦੇ ਜੋ ਬੁਣ ਲੈ ਤੂੰ ਜਾਲ ਹੈ। ਵਾਧੂ ਦਿਖਾਵੇ ਦੇ ਜੋ ਬੁਣ ਲੈ ਜੋ ਜਾਲ ਹੈ। ਸਾਦੇ ਜੇ ਜੀਵਨ ਵਾਲੀ, ਸਾਦੇ ਜੇ ਜੀਵਨ ਵਾਲੀ ਨੀਤੀ ਅਪਣਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਪਾ ਲੈ ਤੂੰ ਆਦਤ ਆਪਣੀ ਹੱਥੀਂ ਕੰਮ ਕਰਨੇ ਦੀ, ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਹਿੰਮਤ ਰੱਖ ਜਰਨੇ ਦੀ। ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਹਿੰਮਤ ਰੱਖ ਜਰਨੇ ਦੀ। ਮੈਂ ਤੇ ਤੂੰ ਵਾਲੀ, ਮੈਂ ਤੇ ਤੂੰ ਵਾਲੀ। ਹੋ ਮੈਂ ਹਟਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਕੀ ਬਾਤ। ਉਹ ਛੱਡ ਦੇ ਤੂੰ ਝੂਠ ਚੁਗਲੀਆਂ ਠੱਗੀ ਤੇ ਚੋਰੀ ਨੂੰ, ਲੰਘਣਾ ਨਾ ਪੈ ਜੇ ਸੱਜਣਾ ਨਰਕਾਂ ਦੀ ਮੋਰੀ ਨੂੰ। ਲੰਘਣਾ ਨਾ ਪੈ ਜੇ ਸੱਜਣਾ ਨਰਕਾਂ ਦੀ ਮੋਰੀ ਨੂੰ। ਸੇਖੋਂ ਚਮਕੌਰ ਸਿੰਘ ਨੂੰ ਕਵਿਤਾ ਕੋਈ ਗਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ। ਲੱਥੀ ਹੋਈ ਗੱਡੀ ਲੀ ਤੋਂ ਆਪੇ ਹੀ ਚੜਾਉਣੀ ਪਊ, ਜ਼ਿੰਦਗੀ ਦੀ ਉਲਝੀ ਤਾਣੀ। ਥੈਂਕ ਯੂ। ਦੋਸਤੋ, ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀਆਂ ਦੇ ਜੀਵਨ ਵਿੱਚ ਸ਼ਬਦਾਂ ਦਾ ਅਤੇ ਕਵਿਤਾ ਦਾ ਕਿੰਨਾ ਵੱਡਾ ਯੋਗਦਾਨ ਹੈ।
ਪਰ ਉਹ ਕਵਿਤਾ ਜਦੋਂ ਗਾਈ ਜਾਂਦੀ ਹੈ ਤਾਂ ਇੱਦਾਂ ਦੀ ਬਣ ਜਾਂਦੀ ਹੈ। ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਇੱਕ ਨਵਾਂ ਰੰਗ, ਨਵੀਂ ਦਿਸ਼ਾ ਦੇਣ ਵਾਸਤੇ। ਬਿੰਦੂ ਮਠਾਰੂ ਹੁਣਾਂ ਬਾਰੇ ਜਿਵੇਂ ਮੈਂ ਦੱਸਿਆ ਸਾਡੇ ਅਗਲੇ ਸ਼ਾਇਰਾ ਹੋਣਗੇ, ਪਰ ਉਸ ਤੋਂ ਪਹਿਲਾਂ ਮੇਰੀ ਆਪਣੀ ਡਿਊਟੀ ਇੱਕ ਸ਼ੇਰ ਨਾਰੀ ਬਾਰੇ, ਅੱਜ ਦੀ ਦਸ਼ਾ ਬਾਰੇ ਨਾਰੀ ਦੀ, ਕਿ ਤੇਰੀ ਪਹਿਚਾਨ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ। ਤੇਰੀ ਪਹਿਚਾਨ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ, ਕਦੇ ਤੁਰਦਾ ਹੈ ਪੇਕਾ ਤੇ ਕਦੇ ਸਸੁਰਾਲ ਤੁਰਦਾ ਹੈ। ਸੋ ਮੈਂ ਬੇਨਤੀ ਕਰੂੰਗਾ ਬਿੰਦੂ ਮਠਾਰੂ ਹੁਣਾਂ ਨੂੰ ਕਿ ਆਪਣੀਆਂ ਨਜ਼ਮਾਂ ਲੈ ਕੇ ਹਾਜ਼ਰ ਹੋਣ। ਧੰਨਵਾਦ ਭਾਜੀ। ਇਰਸ਼ਾਦ ਜੀ ਆ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਕਤ ਦੀ ਸਰਗਮ ਤੂੰ ਫੜ ਕੇ ਦੇਖ ਤਾਂ ਸਹੀ, ਵਕਤ ਦੀ ਸਰਗਮ ਤੂੰ ਫੜ ਕੇ ਦੇਖ ਤਾਂ ਸਹੀ, ਰੰਗ ਕੁਝ ਕੁਦਰਤ ਦੇ ਪੜ ਕੇ ਦੇਖ ਤਾਂ ਸਹੀ, ਰੰਗ ਕੁਝ ਕੁਦਰਤ ਦੇ ਪੜ ਕੇ ਦੇਖ ਤਾਂ ਸਹੀ। ਆਰਜੂ ਵਿੱਚੋਂ ਭਲਾ ਕੀ ਪਾਲਣਾ ਏ, ਆਰਜੂ ਵਿੱਚੋਂ ਭਲਾ ਕੀ ਪਾਲਣਾ ਏ, ਮੌਲ ਦੀ ਇਹ ਤਰਤ ਖੜ ਕੇ ਦੇਖ ਤਾਂ ਸਹੀ। ਭਾਵਨਾਵਾਂ ਨਾਲ ਜੋ ਬੱਜੀ ਜ਼ਿੰਦਗੀ ਏ, ਭਾਵਨਾਵਾਂ ਨਾਲ ਜੋ ਬੱਜੀ ਜ਼ਿੰਦਗੀ ਏ, ਦਿਲ ਦੀ ਪੁਸਤਕ ਵੀ ਤੂੰ ਪੜ ਕੇ ਦੇਖ ਤਾਂ ਸਹੀ, ਦਿਲ ਦੀ ਪੁਸਤਕ ਵੀ ਤੂੰ ਪੜ ਕੇ ਦੇਖ ਤਾਂ ਸਹੀ। ਕੈਨਵਸ ਤੇ ਅਲੀਕੀ ਮੂਰਤੀ ਜੋ, ਕੈਨਵਸ ਤੇ ਹੈ ਅਲੀਕੀ ਮੂਰਤੀ ਜੋ, ਜ਼ਿੰਦਗੀ ਉਸ ਵਿੱਚ ਧੜ ਕੇ ਦੇਖ ਤਾਂ ਸਹੀ। ਚੱਲ ਰਹੀ ਹੈ ਤੇਜ ਕਿੰਨੀ ਸੋਚ ਦੀ ਲੜੀ, ਚੱਲ ਰਹੀ ਹੈ ਤੇਜ ਕਿੰਨੀ ਸੋਚ ਦੀ ਲੜੀ, ਮਨ ਦੀ ਲਹਿਰ ਚੁੱਪ ਖੜ ਕੇ ਦੇਖ ਤਾਂ ਸਹੀ। ਦਿਲ ਕਿਵੇਂ ਇਹ ਬੇਮਹਾਰਾ ਧੜਕਦਾ ਏ, ਦਿਲ ਕਿਵੇਂ ਇਹ ਬੇਮਹਾਰਾ ਧੜਕਦਾ ਏ, ਜਾਚਣੇ ਜੇ ਨਬਜ ਫੜ ਕੇ ਦੇਖ ਤਾਂ ਸਹੀ। ਦਿਲ ਕਿਵੇਂ ਇਹ ਬੇਮਹਾਰਾ ਧੜਕਦਾ ਏ, ਜਾਚਣੇ ਜੇ ਨਬਜ ਫੜ ਕੇ ਦੇਖ ਤਾਂ ਸਹੀ। ਵਕਤ ਦੀ ਸਰਗਮ ਤੂੰ ਫੜ ਕੇ ਦੇਖ ਤਾਂ ਸਹੀ, ਰੰਗ ਕੁਝ ਕੁਦਰਤ ਦੇ ਪੜ ਕੇ ਦੇਖ ਤਾਂ ਸਹੀ। ਧੰਨਵਾਦ। ਥੈਂਕ ਯੂ। ਦੂਸਰੀ ਹੈ ਔਰਤ ਤੇ। ਹਾਂਜੀ ਸਵਾਗਤ। ਜੀਵਨ ਦਾ ਆਧਾਰ ਹੈ ਔਰਤ, ਜੀਵਨ ਦਾ ਆਧਾਰ ਹੈ ਔਰਤ, ਦੁਨੀਆ ਦਾ ਪਾਸਾਰ ਹੈ ਔਰਤ। ਬਿਲਕੁਲ ਵਾਹ। ਦੁਨੀਆ ਨੂੰ ਖੁਸ਼ਬੂਈਆਂ ਵੰਡੇ, ਵਾਹ। ਦੁਨੀਆ ਨੂੰ ਖੁਸ਼ਬੂਈਆਂ ਵੰਡੇ, ਖੁਦ ਕਾ ਤੋ ਲਾਚਾਰ ਹੈ ਔਰਤ। ਵਾਹ। ਮੀਰਾ ਮਰੀਮ ਮਾਂ ਤੇ ਮਮਤਾ, ਮੀਰਾ ਮਰੀਮ ਮਾਂ ਤੇ ਮਮਤਾ, ਦੇਵੀ ਦਾ ਆਕਾਰ ਹੈ ਔਰਤ। ਵਾਹ। ਖੁਸ਼ਬੂ ਹੈ ਤੇ ਫੁੱਲ ਵੀ ਇਹੀ ਹੋ, ਖੁਸ਼ਬੂ ਹੈ ਤੇ ਫੁੱਲ ਵੀ ਇਹੀ ਹੋ, ਖੁਸ਼ਬੂ ਹੈ ਤੇ ਫੁੱਲ ਵੀ ਇਹੀ ਹੋ, ਕਦੇ ਕਦੇ ਤਲਵਾਰ ਹੈ ਔਰਤ। ਵਾਹ। ਝੂਠੇ ਬੰਧਨਾਂ ਅੰਦਰ ਵੱਜੀ, ਕੁਦਰਤ ਦਾ ਸ਼ਾਹਕਾਰ ਹੈ ਔਰਤ। ਵਾਹ। ਰੰਗ ਬਰੰਗੀਆਂ ਜੀਵਨ ਦਾਤਾਂ, ਕੀ ਬਾਤ। ਸੋਚਾਂ ਦਾ ਭੰਡਾਰ ਹੈ ਔਰਤ। ਵਾਹ। ਫਰਜ਼ਾਂ ਦੀ ਪਹਿਚਾਣ ਕਰਾਵੇ, ਫਰਜ਼ਾਂ ਦੀ ਪਹਿਚਾਣ ਕਰਾਵੇ, ਚਾਨਣ ਦੀ ਲਿਸ਼ਕਾਰ ਹੈ ਔਰਤ। ਵਾਹ ਵਾਹ। ਪਿਆਰ ਦਲਾਰ ਸ਼ਿੰਗਾਰ ਵੀ ਇਹੋ, ਪਿਆਰ ਦਲਾਰ ਸ਼ਿੰਗਾਰ ਵੀ ਇਹੋ, ਔਕੜ ਲਈ ਦੀਵਾਰ ਹੈ ਔਰਤ। ਵਾਹ। ਕਰਤਾ ਧਰਤਾ ਹੈ ਇਹ ਕਰਦੀ, ਕਰਤਾ ਧਰਤਾ ਹੈ ਇਹ ਕਰਦੀ, ਆਸ਼ਾ ਦਾ ਪਾਸਾਰ ਹੈ ਔਰਤ। ਵਾਹ। ਗੀਤ ਸੰਗੀਤ ਹੈ ਜਜ਼ਬੇ ਦਾ, ਗੀਤ ਸੰਗੀਤ ਹੈ ਜਜ਼ਬੇ ਦਾ, ਰਿਸ਼ਤਿਆਂ ਦਾ ਸਾਕਾਰ ਹੈ ਔਰਤ। ਵਾਹ ਵਾਹ। ਪਾਕ ਪਵਿੱਤਰ ਰੂਹ ਦਾ ਵਾਸਾ, ਪਾਕ ਪਵਿੱਤਰ ਰੂਹ ਦਾ ਵਾਸਾ, ਦੁਨੀਆ ਤੇ ਅਪਕਾਰ ਹੈ ਔਰਤ। ਵਾਹ ਕੀ ਬਾਤ। ਰੂਪ ਅਨੇਕਾਂ ਹੀ ਨੇ ਇਸ ਦੇ, ਰੂਪ ਅਨੇਕਾਂ ਹੀ ਨੇ ਇਸ ਦੇ, ਇੱਕ ਸੁੱਚਾ ਕਰਤਾਰ ਹੈ ਔਰਤ। ਬਿਲਕੁਲ ਵਾਹ। ਪੀਰ ਫਕੀਰਾਂ ਦੀ ਜਨਨੀ ਹੈ, ਪੀਰ ਫਕੀਰਾਂ ਦੀ ਜਨਨੀ ਹੈ, ਗੁਰ ਦਿੱਤਾ ਸਤਕਾਰ ਹੈ ਔਰਤ। ਵਾਹ। ਮੋਹ ਮਮਤਾ ਦੇ ਨਾਲ ਭਰੀ ਹੈ,
ਮੋਹ ਮਮਤਾ ਦੇ ਨਾਲ ਭਰੀ ਹੈ, ਅੰਮ੍ਰਿਤ ਦਾ ਭੰਡਾਰ ਹੈ ਔਰਤ। ਚੰਗਿਆਂ ਨਾਲ ਚੰਗਿਆਈ ਆਵੇ, ਚੰਗਿਆਂ ਨਾਲ ਚੰਗਿਆਈ ਆਵੇ, ਇੱਕ ਖਿੜਿਆ ਗੁਲਜ਼ਾਰ ਹੈ ਔਰਤ। ਚੰਗਿਆਂ ਨਾਲ ਚੰਗਿਆਈ ਆਵੇ, ਇੱਕ ਖਿੜਿਆ ਗੁਲਜ਼ਾਰ ਹੈ ਔਰਤ। ਜੀਵਨ ਦਾ ਆਧਾਰ ਹੈ ਔਰਤ, ਦੁਨੀਆ ਦਾ ਪਸਾਰ ਹੈ ਔਰਤ। ਧੰਨਵਾਦ। ਦੋਸਤੋ, ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਜਦੋਂ ਤਾਰੁਫ ਕਰਾ ਰਿਹਾ ਸੀ ਸ਼ਾਇਰਾਂ ਦਾ, ਹੀ ਤੁਹਾਡੇ ਨਾਲ ਇੱਕ ਬੇਨਤੀ ਕੀਤੀ ਸੀ ਕਿ ਬਿੰਦੂ ਮਠਾਰੂ ਦੀ ਕਵਿਤਾ ਵਿੱਚੋਂ ਤੁਹਾਨੂੰ ਅਧਿਆਤਮ ਦਾ ਰੰਗ, ਉਹਨਾਂ ਦੀ ਪਹਿਲੀ ਕਵਿਤਾ ਪੂਰੀ ਤਰ੍ਹਾਂ ਅਧਿਆਤਮ ਦਾ ਰੰਗ, ਕੁਦਰਤ ਦੀ ਗੱਲ ਕਰਦੀ ਹੈ, ਅਤੇ ਦੂਸਰੀ ਔਰਤ ਦੀ ਗੱਲ ਕਰਦੀ ਹੈ। ਮੈਂ ਉਹਨੂੰ ਵੀ ਅਧਿਆਤਮ ਦਾ ਹਿੱਸਾ ਹੀ, ਰੂਹਾਨੀਅਤ ਦਾ ਹਿੱਸਾ ਹੀ ਮੰਨਦਾ। ਤੁਹਾਡਾ ਧੰਨਵਾਦ ਜੀ। ਅਤੇ ਪ੍ਰਿਤਪਾਲ ਗਿੱਲ ਜੀ, ਤੁਹਾਡੇ ਆਉਣ ਤੋਂ ਪਹਿਲਾਂ ਵਾਅਦੇ ਅਨੁਸਾਰ ਇੱਕ ਸ਼ੇਰ ਕਿ ਜੋ ਸਾਲੂ ਲਾਲ ਓਲੇ ਧੀ ਦੇ ਸੁਪਨੇ ਵੇਚ ਦਿੰਦਾ ਹੈ, ਜੋ ਸਾਲੂ ਲਾਲ ਓਲੇ ਧੀ ਦੇ ਸੁਪਨੇ ਵੇਚ ਦਿੰਦਾ ਹੈ, ਲਲਾਰੀ ਹੈ, ਵਪਾਰੀ ਹੈ, ਕਦੇ ਬਾਬਲ ਨਹੀਂ ਹੁੰਦਾ। ਅਤੇ ਪ੍ਰਿਤਪਾਲ ਗਿੱਲ ਜੀ, ਬੜੀ ਅਦਬ ਨਾਲ ਤੁਹਾਨੂੰ ਬੋਲਣ ਦੀ ਦਾਵਤ ਦੇਣ ਜਾ ਰਿਹਾ। ਬਹੁਤ ਧੰਨਵਾਦ। ਤੇ ਮੇਰੀ ਕਵਿਤਾ ਹੈ ਰੱਬ ਦਾ ਰੂਪ। ਇਰਸ਼ਾਦ, ਸਵਾਗਤ। ਉਸਦਾ ਥੀਮ ਹੈ ਸਤਿਅਮ ਸ਼ਿਵਮ ਸੁੰਦਰਮ, ਹੁਸਨ ਕੀਆ ਸੱਚ ਕੀਆ ਰੱਬ ਕੀਆ। ਉਹ ਸਮੁੰਦਰ ਕਿਨਾਰੇ ਬੈਠੀ ਹੈ, ਸ਼ਾਂਤ ਅਤੇ ਅਡੋਲ, ਕੁਦਰਤ ਅਤੇ ਸੁੰਦਰਤਾ ਦਾ ਹੁਸੈਨ ਸੰਗਮ। ਵਾਹ। ਟਿਕੀ ਰਾਤ ਵਿੱਚ ਨੀਲੇ ਅਸਮਾਨ ਤੇ ਤਰਦੇ ਚੰਦ ਵਰਗੀ, ਪਾਣੀ ਵਿੱਚ ਕੰਬਦੇ ਪਰਛਾਵੇਂ ਵਰਗੀ, ਵਾਹ। ਕਿਸੇ ਸ਼ਾਇਰ ਦੇ ਖਿਆਲ ਦੀ ਉਡਾਰੀ ਵਰਗੀ, ਅਜੰਤਾ ਅਤੇ ਅਲੋਰਾ ਦੀ ਮੂਰਤ। ਪ੍ਰਭ ਕਾ ਸਿਮਰਨ ਕਰਦੀ ਕਰਦੀ, ਦੂਰ ਬਹੁਤ ਦੂਰ ਦੁਮੇਲ ਤੋਂ ਪਰੇ, ਰੱਬ ਦੀ ਹੋਂਦ ਬਾਰੇ ਸੋਚਣ ਲੱਗੀ। ਸ਼ੂਨਿਆਂ ਤੋਂ ਬ੍ਰਹਿਮੰਡ ਤੱਕ ਦਾ ਸਫ਼ਰ, ਸ਼ੂਨਿਆਂ ਤੋਂ ਬ੍ਰਹਿਮੰਡ ਤੱਕ ਦਾ ਸਫ਼ਰ, ਮੱਥੇ 'ਚ ਗਿਆਨ ਦਾ ਦੀਵਾ ਬਲਿਆ ਤੇ ਮੁਸਕਰਾਈ। ਮੈਂ ਹੀ ਰੱਬ ਦਾ ਰੂਪ ਹਾਂ, ਮੈਂ ਹੀ ਰੱਬ ਦਾ ਰੂਪ ਹਾਂ। ਅਤੀ ਉੱਤਮ। ਸਤਿਅਮ ਸ਼ਿਵਮ ਸੁੰਦਰਮ। ਕੀ ਬਾਤ। ਤੇ ਦੂਸਰੀ ਕਵਿਤਾ ਹੈ ਸ਼ਬਦ। ਅੱਜ ਦੇ ਸਮੇਂ ਨੂੰ ਮੁਖਾਤਬ ਆ, ਜਿਸ ਸਮੇਂ ਜਿਸ ਦੌਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਪਿਛਲੇ 6 ਮਹੀਨਿਆਂ ਤੋਂ। ਜੀ। ਸ਼ਬਦ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ, ਬਿਨ ਬੋਲੇ ਇਹ ਦਵੇ ਤੁਹਾ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ, ਮੱਸਿਆ ਦੀ ਇਹ ਰਾਤ ਹਨੇਰੀ, ਬਿਨ ਬੋਲੇ ਇਹ ਦਏ ਦੁਹਾਈ। ਸਾਂਸਾਂ ਕਰਦੀ ਪਵਨ ਸੁਆਣੀ, ਸਾਂਸਾਂ ਕਰਦੀ ਪਵਨ ਡਰਾਉਣੀ, ਦਿਲ ਜਾਵੇ ਦਹਿਲਾਈ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ। ਪਤਝੜ ਦੇ ਇਸ ਮੌਸਮ ਵਿੱਚ ਕਿਹੀ ਉਦਾਸੀ ਹੈ ਛਾਈ, ਹਰ ਕੋਈ ਡਰਿਆ ਡਰਿਆ ਲੱਭਦਾ ਫਿਰੇ ਆਪਣਾ ਮੀਤ ਸਖਾਈ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ। ਬੇਵਸ ਲੋਕੀ ਗੂੰਗੇ ਹੋਏ, ਕਿਸ ਨੂੰ ਫਰਿਆਦ ਸੁਣਾਈ। ਬੇਵਸ ਲੋਕੀ ਗੂੰਗੇ ਹੋਏ, ਕਿਸ ਨੂੰ ਫਰਿਆਦ ਸੁਣਾਈ। ਕੈਰੋਨਾ ਦਾ ਸਹਿਮ ਵੇ ਲੋਕੋ, ਪੇਸ਼ ਨਾ ਜਾਵੇ ਕਾਈ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ। ਮਾਂ ਬੋਲੀ ਦੇ ਵਾਰਸੋ, ਕਲਾਕਾਰੋ ਤੇ ਲੇਖਕੋ, ਕੇਹੀ ਚੁੱਪ ਤੁਸਾਂ ਹੈ ਪਾਈ। ਉੱਠੋ ਬਾਲ ਦੇਵੋ ਦੀਵੇ, ਉੱਠੋ ਬਾਲ ਦੇਵੋ ਦੀਵੇ, ਤੇ ਹੁਣ ਰੁੱਤ ਬਲਣ ਦੀ ਆਈ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ। ਜਗੋ ਸ਼ਬਦੋ ਜਗੋ, ਹੁਣ ਰੁੱਤ ਜਗਣ ਦੀ ਆਈ। ਧੰਨਵਾਦ ਜੀ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਬਾਕੀ ਸ਼ਾਇਰਾਂ ਦੇ ਨਾਲ ਨਾਲ ਸਾਡੇ ਪ੍ਰਿਤਪਾਲ ਗਿੱਲ ਹੋਣਾ ਨੂੰ ਸੁਣ ਕੇ ਤੁਸੀਂ ਬਹੁਤ ਸਹਿਜੇ ਅਨੁਭਵ ਕਰ ਲਿਆ ਹੋਵੇਗਾ ਕਿ ਕੈਨੇਡਾ ਵਿੱਚ ਬੈਠੇ ਪੰਜਾਬੀ ਸ਼ਾਇਰ ਕਿੰਨੀ ਉੱਤਮ ਸ਼ਾਇਰੀ ਔਰ ਕਿਸ ਪੱਧਰ ਦੀ ਸ਼ਾਇਰੀ ਕਰ ਰਹੇ ਨੇ। ਅੱਜ ਦਾ ਪ੍ਰੋਗਰਾਮ ਇੱਥੇ ਆਪਾਂ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਵਿੱਚ ਪੰਜਾਬ ਭਵਨ ਦੇ ਇਸੇ ਵਿਹੜੇ ਵਿੱਚ ਨਵੇਂ ਸ਼ਾਇਰ, ਨਵੀਆਂ ਕਵਿਤਾਵਾਂ ਨਾਲ ਹਾਜ਼ਰ ਹੋਵਾਂਗਾ।
ਤੇ ਉਸੇ ਤਰ੍ਹਾਂ ਇੱਕ ਸ਼ੇਰ ਦੇ ਨਾਲ ਮੈਂ ਆਪਣਾ ਗੱਲ ਸਮਾਪਤ ਕਰਦਾ ਕਿ ਅਸੀਂ ਔਰਤ ਨੂੰ ਹਾਲੇ ਤੀਕ ਕਹੀਏ ਪੈਰ ਦੀ ਜੁੱਤੀ, ਅਸੀਂ ਔਰਤ ਨੂੰ ਹਾਲੇ ਤੀਕ ਕਹੀਏ ਪੈਰ ਦੀ ਜੁੱਤੀ, ਇਹ ਨਾਰੀ ਦਾ ਨਹੀਂ ਨਾਨਕ ਦੀ ਬਾਣੀ ਦਾ ਨਿਰਾਦਰ ਹੈ। ਫਿਰ ਮਿਲਦੇ ਹਾਂ ਦੋਸਤੋ, ਰੱਬ ਰਾਖਾ।